संतां के कारज, आप खलोया संतां के कारज। हर कम करावण आया राम। वाहिगुरू जी का खालसा, श्री वाहिगुरू जी की फतेह। जल थल महीयल पूर, पूਰਨ ਕੀਟ ਹਸਤ ਸਮਾਨਿਆ। ਮਹਾਂਪੁਰਖਾਂ ਦੀ ਰਹਿਣੀ ਬਹਿਣੀ ਤਿੰਨਾਂ ਲੋਕਾਂ ਤੋਂ ਨਿਆਰੀ, ਭਾਵ ਕਿ ਰੱਬੀ ਹੁਕਮ ਅਨੁਸਾਰ ਹੁੰਦੀ ਹੈ। ਸੰਸਾਰੀ ਬੰਦਾ ਵੇਖ ਕੇ ਹੈਰਾਨ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਹੋ ਗਿਆ, ਜਾਂ ਇਹ ਹੋ ਨਹੀਂ ਸਕਦਾ। ਸਰੋਤਾ ਜਨ ਸੁਣ ਚੁੱਕੇ ਹਨ ਕਿ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਰਹਿਣੀ ਬਹਿਣੀ ਬੜੀ ਅਚਰਜਤਾ ਵਾਲੀ ਸੀ। ਸਰਦੀ ਗਰਮੀ ਤੋਂ ਨਿਰਲੇਪ ਅਤੇ ਹਰ ਮੌਸਮ ਵਿੱਚ ਰਜਾਈ ਉੱਤੇ ਰੱਖਣੀ, ਸਰਦੀ ਦੇ ਸਮੇਂ ਪੱਖਾ ਕਰਵਾਉਣਾ ਅੱਜ ਵੀ ਇੱਕ ਅਚਰਜ ਕੌਤਕ ਵਰਤਿਆ। ਅਚਾਨਕ ਹੀ ਹੁਕਮ ਕਰਕੇ ਮਾਈ ਦਾਤਾਰ ਕੌਰ, ਮਾਈ ਖੇਮ ਕੌਰ ਜੰਡਾਂ ਵਾਲੇ, ਮਾਈ ਜੈ ਕੌਰ ਡਰੋਲੀ ਵਾਲੀ, ਤਿੰਨਾਂ ਨੂੰ ਹੁਕਮ ਕੀਤਾ, ਤੁਸੀਂ ਤਿੰਨੇ ਸਾਡੀ ਮੁੱਠੀ ਚਾਪੀ ਕਰੋ। ਹੁਕਮ ਅਨੁਸਾਰ ਸੇਵਾ ਸ਼ੁਰੂ ਹੋ ਗਈ। ਕੁਛ ਸਮੇਂ ਉਪਰੰਤ ਇੱਕ ਸੰਤ ਮੰਡਲੀ ਸੇਵਾਦਾਰ ਰਾਹੀਂ ਆਗਿਆ ਲੈ ਕੇ ਦਰਸ਼ਨ ਕਰਨ ਵਾਸਤੇ ਆਈ ਅਤੇ ਅੰਦਰ ਆ ਕੇ ਨਮਸਕਾਰ ਕਰਕੇ ਬੈਠ ਗਈ। ਉਪਰੰਤ ਬਾਬਾ ਜੀ ਨੇ ਸੁਖ ਆਨੰਦ ਪੁੱਛੀ ਅਤੇ ਆਉਣ ਦਾ ਕਾਰਨ ਪੁੱਛਿਆ, ਪਰ ਉਹਨਾਂ ਨੇ ਕੁਛ ਚੰਗੀ ਤਰ੍ਹਾਂ ਕਿਸੇ ਗੱਲ ਦਾ ਜਵਾਬ ਨਾ ਦਿੱਤਾ। ਹਜੂਰ ਨੇ ਬਚਨ ਕੀਤਾ, ਸਮਝ ਗਏ ਤੁਸੀਂ ਬ੍ਰਹਮਚਾਰੀ ਹੋ ਤੇ ਸਾਡੇ ਵੱਲ ਵੇਖ ਕੇ ਗਿਲਾਨੀ ਕੀਤੀ ਹੈ। ਫਿਰ ਸੰਤ ਨਰੈਣ ਸਿੰਘ ਜੀ ਨੂੰ ਬੁਲਾਇਆ, ਬਾਲਿਆ, ਇਹਨਾਂ ਸੰਤਾਂ ਦੇ ਮੁਖੀ ਸੰਤ ਦੀ ਸ਼ਰ੍ਹਾ ਕਰਾਓ। ਹੁਕਮ ਅਨੁਸਾਰ ਇਸ ਸਮੇਂ ਵੱਡੇ ਸੰਤ ਦੀ ਸ਼ਰ੍ਹਾ ਕਰਾ ਕੇ ਬਾਬਾ ਜੀ ਦੀ ਹਜ਼ੂਰੀ ਵਿੱਚ ਲੈ ਕੇ ਆਏ। ਉਪਰੰਤ ਉਸ ਨੇ ਬਾਬਾ ਜੀ ਨੂੰ ਅਚਰਜ ਰੂਪ ਤੇ ਰੰਗ ਵਿੱਚ ਤੱਕ ਕੇ ਸੰਸਕ੍ਰਿਤ ਦੇ ਕਈ ਸ਼ਲੋਕ ਪੜ੍ਹੇ। ਬਾਬਾ ਜੀ ਸੁਣ ਕੇ ਹੱਸਦੇ ਰਹੇ। ਅਖੀਰ ਉੱਤੇ ਆਪ ਹੀ ਪੁੱਛ ਲਿਆ, ਕਿਉਂ ਹੁਣ ਬਸ ਕਰ, ਤੈਂ ਕੀ ਵੇਖਿਆ? ਉਸ ਨੇ ਨਮਸਕਾਰ ਕੀਤੀ, ਸਿਰਫ ਇਤਨਾ ਹੀ ਕੁਛ ਕਿਹਾ, ਜੀ ਮੇਰੀ ਤਸੱਲੀ ਹੋ ਗਈ, ਮੇਰੀ ਭੁੱਲ ਬਖਸ਼ ਦਿਓ। ਪਰੰਤੂ ਬਾਬਾ ਜੀ ਨੇ ਬਚਨ ਕੀਤਾ, ਸੰਤ ਜੀ ਸਭ ਕੁਝ ਦੱਸ ਦਿਓ, ਕਈਆਂ ਦਾ ਭਲਾ ਹੋਵੇਗਾ। ਹੁਕਮ ਅਨੁਸਾਰ ਉਸ ਮਹਾਤਮਾ ਨੇ ਇਉਂ ਦੱਸਿਆ, ਮਹਾਰਾਜ, ਅਸੀਂ ਬਦਰੀ ਤੋਂ ਚੱਲੇ ਸੀ, ਤੁਹਾਡੀ ਸਿਫਤ ਬੜੀ ਸੁਣੀ, ਪਰੰਤੂ ਇੱਥੇ ਆ ਕੇ ਵੇਖਿਆ ਕਿ ਨੌਜਵਾਨ ਮਾਈਆਂ ਤੁਹਾਡੀ ਸੇਵਾ ਕਰ ਰਹੀਆਂ ਹਨ। ਵੇਖ ਕੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਆਏ, ਕਿਉਂਕਿ
ਅਸੀਂ ਬ੍ਰਹਮਚਾਰੀ ਸੀ, ਜਤੀ ਸੀ ਅਤੇ ਇਸਤਰੀ ਤੋਂ ਅਸੀਂ ਘਿਰਣਾ ਕਰਦੇ ਸੀ, ਪਰੰਤੂ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਨਰਕ ਵਿੱਚ ਡਿੱਗਣ ਤੋਂ ਬਚਾ ਲਿਆ ਹੈ। ਬਾਬਾ ਜੀ ਨੇ ਬਚਨ ਕੀਤਾ, ਜੋ ਹੋਰ ਵੀ ਵੇਖਿਆ ਹੈ ਉਹ ਵੀ ਦੱਸੋ। ਫਿਰ ਉਸ ਮਹਾਤਮਾ ਨੇ ਇਸ ਤਰ੍ਹਾਂ ਦੱਸਿਆ, ਮਹਾਰਾਜ ਜੀ, ਮੈਂ ਆਪ ਜੀ ਦਾ ਸਰੀਰ ਤਾਂ ਕਰੋੜਾਂ ਸੂਰਜਾਂ ਦੀ ਤਰ੍ਹਾਂ ਪ੍ਰਕਾਸ਼ ਦੇ ਰਿਹਾ ਵੇਖਿਆ ਹੈ। ਬੇਅੰਤ ਦੇਵੀ ਦੇਵਤੇ ਹੱਥ ਬੰਨ੍ਹ ਕੇ ਖਲੋਤੇ ਹੋਏ ਹਨ। ਆਪ ਜੀ ਖੀਰ ਸਮੁੰਦਰ ਵਿੱਚ ਬਿਰਾਜ ਰਹੇ ਹੋ। ਸ਼ੇਸ਼ਨਾਗ ਦੀ ਸੇਜ ਹੈ। ਮਾਤਾ ਲక్ష్ਮੀ ਆਪ ਜੀ ਦੀ ਸੇਵਾ ਕਰ ਰਹੀ ਹੈ। ਕੋਟ ਦੇਵੀ ਜਾਂ ਕੋ ਸੇਵੇ, ਲక్ష్ਮੀ ਅਨੇਕ ਭਾਤ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ, ਤੁਹਾਡੀ ਯਾਤਰਾ ਸਫਲ ਹੈ। ਅੱਗੇ ਵਾਸਤੇ ਕੋਈ ਸ਼ੰਕਾ ਨਹੀਂ ਕਰਨੀ। ਅਸੀਂ ਕਿਸੇ ਰੰਗ ਵਿੱਚ ਰਹੀਏ। ਉਪਰੰਤ ਇਹਨਾਂ ਮਹਾਤਮਾ ਦੀ ਜਲ ਪਾਣੀ ਦੀ ਸੇਵਾ ਕਰਨ ਤੋਂ ਬਾਅਦ ਜਾਣ ਦੀ ਆਗਿਆ ਦੇ ਦਿੱਤੀ। ਉਪਰੰਤ ਤਿੰਨਾਂ ਮਾਈਆਂ, ਮਾਈ ਦਾਤਾਰ ਕੌਰ, ਮਾਈ ਖੇਮ ਕੌਰ, ਬੀਬੀ ਜੈ ਕੌਰ ਡਰੋਲੀ ਵਾਲਿਆਂ ਨੂੰ ਮੁਖਾਤਬ ਕਰਕੇ ਬਚਨ ਕੀਤਾ ਕਿ ਦੇਵੀ, ਤੁਸੀਂ ਤਿੰਨੇ ਕਈ ਦਿਨਾਂ ਤੋਂ ਸੇਵਾ ਕਰਨੀ ਚਾਹੁੰਦੀਆਂ ਸੀ, ਪਰ ਸੰਗ ਦੀਆਂ ਦੱਸਦੀਆਂ ਨਹੀਂ ਸੀ। ਜਾਓ, ਅੱਜ ਤੁਹਾਡੀ ਵੀ ਇੱਛਾ ਪੂਰੀ ਹੋ ਗਈ। ਮਨ ਕੀ ਇੱਛ ਪੁਜਾਵਣ ਹਾਰਾ, ਸਦਾ ਸਦਾ ਜਾਈ ਬਲਹਾਰਾ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੈ ਵਸ ਹੈ ਕਾਮ ਧੇਨਾ। ਇਹ ਪ੍ਰਸੰਗ ਲੇਖਕ ਨੂੰ ਮਾਤਾ ਪਿਤਾ ਪਾਸੋਂ ਮਿਲਿਆ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਬਿਗਸੈ ਅੰਤਰ ਜਾਮੀ। ਜਿਤਨਾ ਸਮਾਂ ਭੁੱਚੋ ਵਾਲੇ ਸਰੀਰ ਕਰਕੇ ਸੰਸਾਰ ਵਿੱਚ ਰਹੇ, ਬਾਬਾ ਆਨੰਦ ਸਿੰਘ ਜੀ ਨੇ ਕਿਸੇ ਸੇਵਕ ਦੀ ਸੰਸਾਰਕ ਲੋੜ ਆਪ ਪੂਰੀ ਨਹੀਂ ਕੀਤੀ। ਜਿਸ ਨੇ ਵੀ ਕੋਈ ਬੇਨਤੀ ਕੀਤੀ, ਉਸ ਨੂੰ ਹੁਕਮ ਕਰਕੇ ਭੁੱਚੋ ਭੇਜਿਆ। ਕੋਈ ਹਜ਼ੂਰੀ ਸੇਵਕ ਰੱਖਣਾ ਸੀ ਤਾਂ ਉਸ ਨੂੰ ਵੀ ਹੁਕਮ ਕਰਕੇ ਭੁੱਚੋ ਭੇਜਿਆ। ਇਸ ਮਰਿਆਦਾ ਨੂੰ ਪੂਰੇ ਤੌਰ 'ਤੇ ਨਿਭਾਇਆ। ਇਸੇ ਤਰ੍ਹਾਂ ਇੱਕ ਨੰਬਰਦਾਰ ਕਰਤਾਰ ਸਿੰਘ ਔਲਖ ਪੱਤੀ ਕਲੇਰਾ ਨਗਰ ਵਿੱਚੋਂ ਸੀ। ਉਸ ਨੂੰ ਵੀ ਆਪਣੀ ਮਰਿਆਦਾ ਅਨੁਸਾਰ ਹੁਕਮ ਕੀਤਾ, ਜਾ ਭੁੱਚੋ ਜਾ ਕੇ ਹਾਜ਼ਰੀ ਲਵਾ ਕੇ ਆ। ਬਚਨ ਕੀਤਾ, ਤੇਰੇ ਤੇ ਕਿਰਪਾ ਕਰਕੇ ਤੈਨੂੰ ਚਰਨ ਵੀ ਫੜਾ ਦੇਣਗੇ। ਹੁਕਮ ਅਨੁਸਾਰ ਕਰਤਾਰ ਸਿੰਘ ਭੁੱਚੋ ਪਹੁੰਚਿਆ। ਉਸੇ ਸਮੇਂ ਹੀ ਹਜੂਰ ਬਾਬਾ ਮਹਾ ਹਰਨਾਮ ਸਿੰਘ ਜੀ ਨੇ ਹੁਕਮ ਕੀਤਾ, ਬਾਲਿਆ, ਇਸ ਨੂੰ ਸਾਡੇ ਚਰਨ ਫੜਾ ਦੇ। ਸੰਤ ਨਰੈਣ ਸਿੰਘ ਜੀ ਨੇ ਹੁਕਮ ਅਨੁਸਾਰ ਚਰਨਾਂ ਤੋਂ ਰਜਾਈ ਚੁੱਕ ਕੇ ਨੰਬਰਦਾਰ ਨੂੰ ਚਰਨ ਪਕੜਾ ਦਿੱਤੇ। ਕਰਤਾਰ ਸਿੰਘ ਨੇ ਚਰਨਾਂ 'ਤੇ ਨਮਸਕਾਰ ਕੀਤੀ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਤੈਨੂੰ ਚਰਨ ਕਿਸ ਨੇ ਫੜਾਏ? ਕਰਤਾਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਜੀ,
ਮੈਨੂੰ ਤੁਹਾਡੇ ਚਰਨ ਨਰੈਣ ਸਿੰਘ ਬਾਲੇ ਨੇ ਫੜਾਏ ਹਨ। ਤਾਂ ਬਾਬਾ ਜੀ ਨੇ ਬਚਨ ਕੀਤਾ, ਨਹੀਂ, ਨਰੈਣ ਸਿੰਘ ਕੌਣ ਹੁੰਦਾ ਹੈ ਚਰਨ ਫੜਾਉਣ ਵਾਲਾ? ਤੈਨੂੰ ਚਰਨ ਮਹਾਂਪੁਰਖ ਕਲੇਰਾਂ ਵਾਲਿਆਂ ਦੇ ਹੁਕਮ ਅਨੁਸਾਰ ਅਸੀਂ ਫੜਾਏ ਹਨ। ਉਪਰੰਤ ਕਰਤਾਰ ਸਿੰਘ ਔਲਖ ਨੇ ਕਿਹਾ, ਜੀ ਸਤ ਬਚਨ ਠੀਕ ਹੈ। ਉਸ ਸਮੇਂ ਅਜੇ ਸੂਰਜ ਛਿਪਿਆ ਨਹੀਂ ਸੀ। ਹਜੂਰ ਨੇ ਬਚਨ ਕੀਤਾ, ਰਹਿਰਾਸੀਏ ਨੂੰ ਸੱਦੋ, ਰਹਿਰਾਸ ਦਾ ਪਾਠ ਸੁਣੀਏ। ਤਾਂ ਕਰਤਾਰ ਸਿੰਘ ਨੇ ਬੇਨਤੀ ਕੀਤੀ, ਗਰੀਬ ਨਵਾਜ਼, ਅਜੇ ਤਾਂ ਦਿਨ ਖੜਾ ਹੈ, ਪਾਠ ਦਾ ਸਮਾਂ ਨਹੀਂ ਹੈ। ਤਾਂ ਬਾਬਾ ਜੀ ਨੇ ਬਚਨ ਕੀਤਾ, ਜਿੱਥੇ ਅਸੀਂ ਹੁਣ ਬੈਠੇ ਹਾਂ ਉੱਥੇ ਹੁਣ ਹੀ ਸਮਾਂ ਹੈ। ਉਪਰੰਤ ਰਹਿਰਾਸ ਦਾ ਪਾਠ ਹੋਇਆ। ਸੂਰਜ ਛਿਪਣ ਦੇ ਸਮੇਂ ਜਾਨਵਰ ਬਹੁਤ ਬੋਲ ਰਹੇ ਸਨ। ਬਾਬਾ ਜੀ ਨੇ ਬਚਨ ਕੀਤਾ ਕਿ ਇਹ ਕੌਣ ਬੋਲ ਰਿਹਾ ਹੈ? ਤਾਂ ਨੰਬਰਦਾਰ ਕਰਤਾਰ ਸਿੰਘ ਔਲਖ ਨੇ ਬੇਨਤੀ ਕੀਤੀ, ਮਹਾਰਾਜ, ਜਾਨਵਰ ਬੋਲ ਰਹੇ ਹਨ। ਹਜੂਰ ਨੇ ਬਚਨ ਕੀਤਾ, ਸਭ ਆਪੋ ਆਪਣੀ ਹਾਜ਼ਰੀ ਦਰਗਾਹ ਵਿੱਚ ਲਵਾ ਰਹੇ ਹਨ, ਨਾਮ ਜਪਦੇ ਹਨ। ਜੋ ਬੋਲਤ ਹੈ ਮ੍ਰਿਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਾਹੀ ਹੋਰ। ਫਿਰ ਹੁਕਮ ਕੀਤਾ, ਇਸ ਨੂੰ ਚਿੰਤ ਰਾਮ ਦੇ ਦਰਸ਼ਨ ਕਰਾਓ। ਹੁਕਮ ਅਨੁਸਾਰ ਭਾਈ ਰਤਨ ਸਿੰਘ ਡਰੋਲੀ ਨੇ ਚਿੰਤ ਰਾਮ ਜੀ ਦੇ ਕੋਲ ਲਿਜਾ ਕੇ ਬਿਠਾ ਦਿੱਤਾ। ਨਾਲ ਹੀ ਕਿਹਾ, ਚਿੰਤ ਰਾਮ ਜੀ, ਕਰਤਾਰ ਸਿੰਘ ਨੰਬਰਦਾਰ ਦਰਸ਼ਨ ਕਰਨ ਆਇਆ ਹੈ। ਚਿੰਤ ਰਾਮ ਨੇ ਹੱਸ ਕੇ ਕਿਹਾ, ਹਾਂ, ਕਲੇਰਾਂ ਵਾਲੇ ਰਿਖੀਆਂ ਦਾ ਸੇਵਕ ਹੈ। ਉਪਰੰਤ ਬਾਬਾ ਜੀ ਨੇ ਦੂਰੋਂ ਆਵਾਜ਼ ਦੇ ਕੇ ਬਚਨ ਕੀਤਾ, ਬਸ ਸੁੱਧ ਹੈ। ਇਸ ਤਰ੍ਹਾਂ ਨੰਬਰਦਾਰ ਭੁੱਚੋਂ 21 ਦਿਨ ਰਿਹਾ। ਇੱਕ ਦਿਨ ਨੰਬਰਦਾਰ ਕਰਤਾਰ ਸਿੰਘ ਨੇ ਬੇਨਤੀ ਕੀਤੀ, ਮਹਾਰਾਜ, ਲੁਧਿਆਣੇ ਇੱਕ ਵਾਣ ਵਟਣਾ ਸੰਤ ਤੇ ਇੱਕ ਮਾਈ ਚੰਦੋ ਰਹਿੰਦੀ ਹੈ। ਬਾਬਾ ਜੀ ਨੇ ਬਚਨ ਕੀਤਾ, ਪਰਮਾਰਥ ਦੇ 5 ਖੰਡਾਂ ਵਿੱਚੋਂ ਪਹਿਲੇ ਖੰਡ ਦਾ ਮਾਲਿਕ ਹੈ ਵਾਣ ਵਟਣਾ। ਦੁਨਿਆਵੀ 9 ਖੰਡਾਂ ਵਿੱਚੋਂ ਵੀ ਪਹਿਲੇ ਖੰਡ ਦਾ ਮਾਲਿਕ ਹੈ। ਤੇ ਅਖੀਰ ਉੱਤੇ ਬਚਨ ਕੀਤਾ, ਅੱਧੀ ਰਾਤ ਦੇ ਸਮੇਂ ਰੋਜ਼ਾਨਾ ਵਾਣ ਵਟਣਾ ਤੇ ਮਾਈ ਚੰਦੋ ਲੁਧਿਆਣੇ ਕੋਲ ਫਲੋਰ ਪੁਲ ਉੱਤੇ ਸਾਨੂੰ ਮਿਲਦੇ ਹਨ। ਉੱਥੇ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਹੁਕਮ ਲੈ ਕੇ ਆਪੋ ਆਪਣੇ ਪਾਸੇ ਚਲੇ ਜਾਂਦੇ ਹਨ। ਉਪਰੰਤ ਕਰਤਾਰ ਸਿੰਘ ਔਲਖ ਨੂੰ ਆਗਿਆ ਬਖਸ਼ ਕੇ ਤੋਰ ਦਿੱਤਾ। ਹੁਕਮ ਕੀਤਾ, ਜਾਓ ਮਹਾਂਪੁਰਖਾਂ ਦੀ ਸੇਵਾ ਕਰੋ। ਨੰਬਰਦਾਰ ਨੇ ਤੁਰਨ ਸਮੇਂ ਬੇਨਤੀ ਕੀਤੀ, ਮਹਾਰਾਜ, ਤੁਹਾਡੇ ਕੋਲ ਬੈਠੇ ਜੋ ਚਿੱਤ ਕਰੇ ਪੁੱਛ ਲਈਏ, ਕੋਈ ਡਰ ਨਹੀਂ ਲੱਗਦਾ ਅਤੇ ਰਿਖੀਆਂ ਕੋਲ ਤਾਂ ਬੋਲਿਆ ਹੀ ਨਹੀਂ ਜਾਂਦਾ ਅਤੇ ਡਰ ਵੀ ਬੜਾ ਲੱਗਦਾ ਹੈ। ਸਾਹ ਹੀ ਸੁੱਕੇ ਰਹਿੰਦੇ ਹਨ।
ਬਾਬਾ ਜੀ ਨੇ ਬਚਨ ਕੀਤਾ, ਇੱਥੇ ਇਵੇਂ ਹੀ ਠੀਕ ਹੈ, ਉੱਥੇ ਉਸ ਤਰ੍ਹਾਂ ਹੀ ਠੀਕ ਹੈ। ਉਪਰੰਤ ਆਗਿਆ ਲੈ ਕੇ ਕਰਤਾਰ ਸਿੰਘ ਔਲਖ ਸਿੱਧਾ ਬਾਬਾ ਆਨੰਦ ਸਿੰਘ ਜੀ ਪਾਸ ਪਹੁੰਚਿਆ। ਬਾਬਾ ਜੀ ਨੇ ਸਾਰਾ ਸਮਾਚਾਰ ਪੁੱਛ ਕੇ ਪ੍ਰਸੰਨਤਾ ਬਖਸ਼ੀ ਤੇ ਸੇਵਾ ਵਿੱਚ ਰੱਖ ਲਿਆ। ਇਹ ਬਚਨ ਕਰਤਾਰ ਸਿੰਘ ਔਲਖ ਨੰਬਰਦਾਰ ਕਲੇਰਾ ਨੇ ਲਿਖਾਇਆ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਇੱਥੇ ਇੱਕ ਗੁਰਮੁਖ ਪਿਆਰੀ ਰੂਹ ਬਾਬਾ ਜੀ ਪਾਸ ਪੁੱਛੋ ਪਹੁੰਚੀ, ਜਿਸ ਦਾ ਸਰੀਰ ਮਧਰਾ, ਚਿਹਰੇ ਦੇ ਰੋਮ ਸਾਫ਼ ਵੇਖਣ ਸਾਰ। ਬਾਬਾ ਜੀ ਬੜੇ ਹੱਸੇ। ਇਸ ਦਾ ਨਾਮ, ਗੋਤ, ਜਾਤ, ਪਿੰਡ ਸਭ ਕੁਝ ਪੁੱਛਿਆ ਅਤੇ ਇਸ ਨੇ ਲਿਖਾਇਆ। ਉਪਰੰਤ ਬਾਬਾ ਜੀ ਨੇ ਆਪਣੇ ਕੋਲ ਰੱਖ ਲਿਆ। ਇਸ ਗੁਰਮੁਖ ਦਾ ਨਾਮ ਭਾਈ ਬਾਵਾ ਸਿੰਘ ਸੀ ਅਤੇ ਪਿੰਡ ਸਹੌਲੀ ਦੇ ਰਹਿਣ ਵਾਲਾ ਰਾਮਗੜੀਆ ਸਿੱਖ ਸੀ। ਇੱਕ ਦਿਨ ਬਾਬਾ ਜੀ ਨੇ ਹੁਕਮ ਕੀਤਾ, ਸਾਡੇ ਲੰਗਰ ਵਾਸਤੇ ਲੱਕੜਾਂ ਪਾੜ ਦੇ। ਬਾਵਾ ਸਿੰਘ ਨੇ ਬੇਨਤੀ ਕੀਤੀ, ਜੀ ਮੈਨੂੰ ਹਥੌੜਾ ਅਤੇ ਛੈਣੀਆਂ ਮੰਗਾ ਦਿਓ। ਭੁੱਚੋ ਨਗਰ ਵਿੱਚੋਂ ਮਿਸਤਰੀਆਂ ਦੇ ਘਰਾਂ ਵਿੱਚੋਂ ਹਥੌੜਾ ਅਤੇ ਛੈਣੀਆਂ ਲੈਣ ਗਏ, ਪਰੰਤੂ ਉਹਨਾਂ ਨੇ ਓਪਰਾ ਬੰਦਾ ਜਾਣ ਕੇ ਨਾ ਦਿੱਤੀਆਂ। ਫਿਰ ਕਿਹਾ ਕਿ ਜੇ ਰੂਮੀ ਵਾਲੇ ਡੇਰੇ ਸੇਵਾ ਕਰਨੀ ਹੈ ਤਾਂ ਪੈਸੇ ਦੇ ਕੇ ਸੰਦ ਲੈ ਜਾ। ਉਪਰੰਤ ਬਾਵਾ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ। ਬੇਅੰਤ ਲੱਕੜਾਂ ਦੇ ਮੁੱਢ ਪਾੜ ਕੇ ਜਮ੍ਹਾਂ ਕਰ ਦਿੱਤੇ। ਅਖੀਰ ਉੱਤੇ ਇਸ ਦੀ ਸੇਵਾ ਤੇ ਬਾਬਾ ਜੀ ਨੇ ਪ੍ਰਸੰਨ ਹੋ ਕੇ ਬਾਵਾ ਸਿੰਘ ਨੂੰ ਖੁਸ਼ੀਆਂ ਦਿੱਤੀਆਂ ਅਤੇ ਬਾਵਾ ਸਿੰਘ ਜੀ ਨੇ ਵੀ ਸੇਵਾ ਕਰਨ ਉਪਰੰਤ ਮਿਸਤਰੀਆਂ ਨੂੰ ਹਥੌੜਾ ਛੈਣੀਆਂ ਵਾਪਸ ਕਰ ਦਿੱਤੀਆਂ ਤੇ ਆਪਣੇ ਪੈਸੇ ਮੋੜ ਲਿਆ। ਇਸ ਤਰ੍ਹਾਂ ਬਾਵਾ ਸਿੰਘ ਲਗਾਤਾਰ 40 ਦਿਨ ਭੁੱਚੋ ਬਾਬਾ ਜੀ ਪਾਸ ਰਿਹਾ। ਹੋਰ ਵੀ ਸੇਵਾ ਦਾ ਜੋ ਹੁਕਮ ਹੁੰਦਾ ਸੀ ਕਰਦਾ ਰਿਹਾ। ਤੁਰਨ ਸਮੇਂ ਬਾਵਾ ਸਿੰਘ ਨੂੰ ਬਚਨ ਕੀਤਾ, ਤੇਰੀ ਮਹਾਂਪੁਰਖਾਂ ਨਾਲ ਬਣ ਆਵੇਗੀ, ਉਹਨਾਂ ਪਾਸ ਤੂੰ ਸੇਵਾ ਕਰਨੀ ਹੈ। ਬਾਵਾ ਸਿੰਘ ਨੇ ਬੇਨਤੀ ਕੀਤੀ, ਜੀ ਮੈਂ ਤਾਂ ਕਿਸੇ ਮਹਾਂਪੁਰਖ ਦੇ ਕੋਲ ਨਹੀਂ ਗਿਆ, ਨਾ ਮੈਂ ਕਿਸੇ ਨੂੰ ਜਾਣਦਾ ਹੀ ਹਾਂ। ਬਾਬਾ ਜੀ ਨੇ ਬਚਨ ਕੀਤਾ, ਸਮਾਂ ਆਉਣ 'ਤੇ ਸਭ ਕੁਝ ਹੋ ਜਾਏਗਾ। ਇਸ ਨੇ ਸਤ ਬਚਨ ਕੀਤਾ। ਉਪਰੰਤ ਉੱਥੋਂ ਚਲਾ ਗਿਆ। ਫਿਰ ਬਾਵਾ ਸਿੰਘ ਨੇ ਸਾਰੀ ਉਮਰ ਕਲੇਰੀ ਨਾਨਕਸਰ ਬਾਬਾ ਜੀ ਪਾਸ ਹੀ ਗੁਜ਼ਾਰੀ। ਸੇਵਕ ਕੀ ਓੜਕ ਨਿਭੀ ਪ੍ਰੀਤ, ਦੇ ਵਾਕ ਅਨੁਸਾਰ ਬਚਨ ਸਤ ਹੋਇਆ। ਇਹ ਪ੍ਰਸੰਗ ਭਾਈ ਬਾਵਾ ਸਿੰਘ ਜੀ ਦੇ ਮੁਖ ਤੋਂ ਤੇ ਫਿਰ ਮਾਤਾ ਪਿਤਾ ਪਾਸੋਂ ਵੀ ਸੁਣਿਆ। ਦਾਸਨ ਦਾਸ ਰੇਣ ਦਾਸਨ ਕੀ, ਜਨ ਕੀ ਟਹਿਲ ਕਮਾਵੋ। ਇੱਕ ਵਾਰ ਭੁੱਚੋ ਵਾਲਿਆਂ ਦਾ
ਦਰਸ਼ਨ ਕਰਨ ਵਾਸਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਏ। ਨਾਲ ਮਾਝੇ ਦੀ ਸੰਗਤ ਸਰਦਾਰ ਸੁਰੈਣ ਸਿੰਘ, ਸਰਦਾਰ ਖੁਸ਼ਹਾਲ ਸਿੰਘ, ਲਾਲਾ ਧਨਪਤ ਰਾਏ ਤੇ ਲਾਲਾ ਦਾਸ ਰਾਮ, ਟਹਿਲ ਸਿੰਘ ਸ਼ਹੀਦਾਂ, ਭਾਈ ਚੰਦਾ ਸਿੰਘ ਵਾਂ ਖਾਰੇ ਤੋਂ ਅਤੇ ਇਹਨਾਂ ਦੀ ਮਾਈ ਭਾਗਣ ਤੇ ਹੋਰ ਬਹੁਤ ਸੰਗਤ ਸੀ। ਇਸ ਸੰਗਤ ਦੇ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਹੁਕਮ ਕੀਤਾ, ਡਰੋਲੀ ਵਾਲੇ ਦੋਵਾਂ ਜੀਆਂ ਨੂੰ ਹਾਜ਼ਰ ਕਰੋ। ਹਾਜ਼ਰ ਹੋਣ ਉਪਰੰਤ ਹੁਕਮ ਕੀਤਾ, ਮਹਾਂਪੁਰਖ ਆ ਰਹੇ ਹਨ, ਨਾਲ ਸੰਗਤ ਹੈ ਤੇ ਤੁਸੀਂ ਉਹਨਾਂ ਦੀ ਸੇਵਾ ਕਰਨੀ ਹੈ। ਆਪ ਹੀ ਜੁਗਤ ਦੱਸੀ ਤੇ ਬਚਨ ਕੀਤਾ, ਤੁਸੀਂ ਮਹਾਂਪੁਰਖਾਂ ਦੀ ਸੰਗਤ ਦੀ ਸੇਵਾ ਕਰਨੀ ਹੈ ਤੇ ਉਸ ਵੇਲੇ ਜੇ ਕੋਈ ਤੁਹਾਨੂੰ ਪੁੱਛੇ ਤਾਂ ਤੁਸੀਂ ਆਪਣੇ ਆਪ ਨੂੰ ਨਾਈ ਕਹਿਣਾ ਕਿ ਅਸੀਂ ਇਸ ਸਮੇਂ ਵਾਸਤੇ ਮਹਾਰਾਜ ਦੇ ਹੁਕਮ ਅਨੁਸਾਰ ਸੇਵਾ ਕਰਨੀ ਹੈ। ਫਿਰ ਤਾਂ ਤੁਹਾਨੂੰ ਸੇਵਾ ਮਿਲ ਜਾਏਗੀ। ਨਾਲ ਸਰਦਾਰ ਹਨ, ਉਹ ਸੇਵਾ ਦੇ ਦੇਣਗੇ, ਐਵੇਂ ਸੇਵਾ ਨਹੀਂ ਮਿਲਣੀ। ਭਾਈ ਰਤਨ ਸਿੰਘ ਅਤੇ ਜੈ ਕੌਰ ਨੇ ਹੁਕਮ ਅਨੁਸਾਰ ਸਤਿਬਚਨ ਕੀਤਾ। ਉਪਰੰਤ ਸੰਗਤ ਸਮੇਤ ਬਾਬਾ ਆਨੰਦ ਸਿੰਘ ਜੀ ਪਹੁੰਚ ਗਏ। ਹਜੂਰ ਨੇ ਇਕੱਲੇ ਦਾ ਨਾਮ ਪੁੱਛਣ ਉਪਰੰਤ ਖੁਸ਼ੀਆਂ ਬਖਸ਼ੀਆਂ। ਹੁਕਮ ਅਨੁਸਾਰ ਭਾਈ ਰਤਨ ਸਿੰਘ ਤੇ ਜੈ ਕੌਰ ਨੇ ਸੇਵਾ ਕੀਤੀ। ਦੋਵੇਂ ਵਕਤ ਲੰਗਰ ਛਕਣ ਉਪਰੰਤ ਬਰਤਨ ਸਾਫ਼ ਕਰਦੇ ਰਹੇ। ਇੱਥੇ ਅੱਗੇ ਆਪਣੇ ਬਰਤਨ ਆਪ ਸਾਫ਼ ਕਰਨ ਦਾ ਹੁਕਮ ਸੀ। ਸੰਗਤ ਦੇ ਭਾਂਡੇ ਮਾਂਜਣ ਸਮੇਂ ਜਿਸ ਨੇ ਵੀ ਇਹਨਾਂ ਨੂੰ ਜਾਤ ਪੁੱਛੀ, ਹੁਕਮ ਅਨੁਸਾਰ ਇਹਨਾਂ ਨੇ ਆਪਣੇ ਆਪ ਨੂੰ ਨਾਈ ਹੀ ਦੱਸਿਆ। ਫਿਰ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਸੇਵਾ ਲਗਾਤਾਰ ਮਿਲਦੀ ਰਹੀ। ਇਸ ਸਮੇਂ ਬਾਬਾ ਜੀ ਕਲੇਰਾਂ ਵਾਲਿਆਂ ਨੇ ਬੇਨਤੀ ਕੀਤੀ, ਗਰੀਬ ਨਵਾਜ ਦਾਸ ਨੂੰ ਕੋਈ ਸਮੱਤ ਬਖਸ਼ੋ। ਉਪਰੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਬਚਨ ਕੀਤਾ, ਮਹਾਂਪੁਰਖੋ, ਬੜਾ ਭਿਆਨਕ ਸਮਾਂ ਆ ਰਿਹਾ ਹੈ, ਤੁਸੀਂ ਸੰਭਾਲਣਾ ਹੈ। ਗੁਰੂ ਨਾਨਕ ਦਾ ਧਿਆਨ ਤੇ ਸਿਮਰਨ ਸੰਗਤ ਨੂੰ ਕਰਾਉਣਾ ਹੈ। ਕੋਈ ਸੰਤ ਮਹਾਂਪੁਰਖ ਨਾ ਗੁਰੂ ਨਾਲੋਂ ਵੱਡਾ ਹੈ, ਨਾ ਗੁਰੂ ਨਾਨਕ ਦੇ ਬਰਾਬਰ ਹੈ। ਜਿੰਨੀ ਘਾਲਣਾ ਕਰਕੇ ਤੁਸੀਂ ਗੁਰੂ ਨਾਨਕ ਨੂੰ ਪ੍ਰਤੱਖ ਕੀਤਾ ਹੈ, ਇਤਨੀ ਕਿਸੇ ਤੋਂ ਨਹੀਂ ਹੋ ਸਕਣੀ। ਜਿਸ ਤਰ੍ਹਾਂ ਦਾ ਸਰੂਪ ਤੁਸੀਂ ਗੁਰੂ ਨਾਨਕ ਦਾ ਵੇਖਿਆ ਹੈ, ਉਸ ਨਾਲ ਰਲਦਾ ਮਿਲਦਾ ਗੁਰੂ ਨਾਨਕ ਦਾ ਫੋਟੋ ਤਿਆਰ ਕਰਵਾ ਕੇ ਸਾਹਮਣੇ ਰਖਾਓ। ਗੁਰੂ ਨਾਨਕ ਹੈ ਤਾਂ ਮਨ ਬਾਣੀ ਦੀ ਪਹੁੰਚ ਤੋਂ ਪਰੇ ਨਹੀਂ ਹੋ ਸਕਦਾ, ਪਰ ਤੁਸੀਂ ਸਮਰੱਥ ਸਭ ਕੁਝ ਕਰਾ ਸਕਦੇ ਹੋ। ਇਸ ਸਮੇਂ ਕੁਝ ਹੋਰ ਵੀ ਬਚਨ ਕੀਤੇ। ਕਿਸੇ ਸਮੇਂ ਫਿਰ ਸੰਗਤਾਂ ਨੂੰ ਸਰਵਣ ਕਰਾਏ ਜਾਣਗੇ। ਉਪਰੰਤ ਬਾਬਾ ਜੀ ਨੇ ਆਉਣ ਦੀ ਤਿਆਰੀ ਕਰਕੇ ਆਗਿਆ ਮੰਗੀ। ਹਜੂਰ ਭੁੱਚੋ ਵਾਲਿਆਂ ਨੇ ਖੁਸ਼ੀਆਂ ਦੇ ਕੇ ਤੋਰ ਦਿੱਤਾ। ਉਸ ਸਮੇਂ
ਇੱਕ ਸਰਦਾਰ ਨੇ ਬੇਨਤੀ ਕੀਤੀ, ਮਹਾਰਾਜ ਆ ਜਿਹੜੇ ਦੋਵੇਂ ਜੀ ਨਾਈ ਸੰਗਤ ਦੇ ਭਾਂਡੇ ਮਾਂਜਣ ਦੀ ਸੇਵਾ ਕਰਦੇ ਰਹੇ ਹਨ, ਹੁਕਮ ਕਰੋ ਇਹਨਾਂ ਨੂੰ ਕੀ ਦਈਏ। 3 ਵਾਰ ਸਰਦਾਰ ਨੇ ਬਾਬਾ ਮਹਾਹਰਨਾਮ ਸਿੰਘ ਜੀ ਨੂੰ ਬੇਨਤੀ ਕੀਤੀ। ਹਜੂਰ ਨੇ ਕੋਈ ਉੱਤਰ ਨਾ ਦਿੱਤਾ, ਚੁੱਪ ਰਹੇ। ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਭੁੱਚੋ ਵਾਲਿਆਂ ਦੇ ਆਸਣ ਤੋਂ ਬਾਹਰ ਆ ਕੇ ਹੁਕਮ ਕੀਤਾ, ਉਹ ਨਾਈ ਜਿਹੜੇ ਹਨ ਸੰਗਤ ਦੇ ਭਾਂਡੇ ਮਾਂਜਣ ਵਾਲੇ, ਉਹਨਾਂ ਨੂੰ ਬੁਲਾਓ। ਉਸ ਸਮੇਂ ਸਰਦਾਰ ਖੁਸ਼ਹਾਲ ਸਿੰਘ, ਭਾਈ ਰਤਨ ਸਿੰਘ ਡਰੋਲੀ ਅਤੇ ਜੈਕੌਰ ਨੂੰ ਬੁਲਾ ਕੇ ਲੈ ਆਇਆ। ਉਪਰੰਤ ਬਾਬਾ ਆਨੰਦ ਸਿੰਘ ਜੀ ਮਹਾਰਾਜ ਵੇਖ ਕੇ ਕਹਿਣ ਲੱਗੇ, ਕਿਉਂ ਬਈ ਤੁਸੀਂ ਦੋਵੇਂ ਕੁਝ ਲੈ ਲਓ। ਉਪਰੰਤ ਭਾਈ ਰਤਨ ਸਿੰਘ ਡਰੋਲੀ ਨੇ ਹੱਥ ਜੋੜ ਕੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਬੇਨਤੀ ਕੀਤੀ, ਜੀ ਅਸੀਂ ਮਹਾਰਾਜ ਦਾ ਹੁਕਮ ਮੰਨ ਕੇ ਸੇਵਾ ਕੀਤੀ ਹੈ। ਫਿਰ ਬਾਬਾ ਆਨੰਦ ਸਿੰਘ ਜੀ ਥੋੜ੍ਹਾ ਮੁਸਕਰਾ ਕੇ ਕਹਿਣ ਲੱਗੇ, ਚਲੋ ਇਹਨਾਂ ਦੀ ਮਰਜ਼ੀ। ਨਾਲ ਹੀ ਸਰਦਾਰ ਖੁਸ਼ਹਾਲ ਸਿੰਘ ਨੂੰ ਮੁਖਾਤਬ ਕਰਕੇ ਬਾਬਾ ਜੀ ਕਲੇਰਾਂ ਵਾਲਿਆਂ ਨੇ ਬਚਨ ਕੀਤਾ, ਹੁਣ ਤਾਂ ਇਹ ਸੇਵਾ ਕਰ ਗਏ, ਪੈਸੇ ਇਹ ਲੈਂਦੇ ਨਹੀਂ। ਤੁਸੀਂ ਪਹਿਲਾਂ ਪੁੱਛ ਲੈਣਾ ਸੀ ਕਿ ਇਹ ਕੌਣ ਹਨ। ਉਪਰੰਤ ਬਾਬਾ ਜੀ ਕਲੇਰਾਂ ਵਾਲੇ ਸੰਗਤ ਸਮੇਤ ਵਾਪਸ ਮਾਝੇ ਨੂੰ ਚਲੇ ਗਏ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਪ੍ਰਾਪਤ ਹੋਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।